ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਦੇ ਦਰਸ਼ਕਾਂ ਦਾ ਮੈਂ ਅਮਨਪ੍ਰੀਤ ਸਿੰਘ ਸਵਾਗਤ ਕਰਦਾ ਜੀ। ਕੋਲਿਨ ਬਲੂਮ ਸਿਆਸਤਦਾਨ ਕਹੀਏ ਜਾਂ ਕਹੀਏ ਕਿ ਸਿਆਸੀ ਅਜਿਹਾ ਹੱਥਕੰਡਾ ਜੋ ਆਪਣੀ ਰਿਪੋਰਟ ਤਿਆਰ ਕਰਦਾ ਤੇ ਸਿੱਖਾਂ ਦੇ ਮਨਾਂ ਦੇ ਵਿੱਚ ਕਈ ਸਵਾਲ ਆਉਂਦੇ ਨੇ ਕਿ ਇਹ ਰਿਪੋਰਟ ਸਿਆਸੀ ਹੈ ਜਾਂ ਅਸਲ ਦੇ ਵਿੱਚ ਕੁਝ ਅਜਿਹੇ ਇੱਥੇ ਸਿਆਸਤਦਾਨਾਂ ਨੂੰ ਸਿੱਖਾਂ ਦੇ ਵਿੱਚ ਕੁਝ ਐਕਸਟ੍ਰੀਮਿਸਟ ਨਜ਼ਰ ਆ ਰਹੇ ਨੇ ਚੀਜ਼ਾਂ ਜਾਂ ਉਹਨਾਂ ਦੇ ਪੂਰੇ ਫੇਥ ਦੇ ਵਿੱਚ। ਸਵਾਲ ਇਸ ਕਰਕੇ ਉੱਠਦੇ ਨੇ ਕਿਉਂਕਿ ਬੀਤੇ ਮਹੀਨਿਆਂ ਦੇ ਵਿੱਚ ਅਸੀਂ ਹਮੇਸ਼ਾ ਗੱਲ ਕਰਦੇ ਆਏ ਹਾਂ ਕਿ ਕੋਲਿਨ ਬਲੂਮ ਦੀ ਰਿਪੋਰਟ ਜਿਸ ਤਰੀਕੇ ਦੇ ਨਾਲ ਸਵਾਲਾਂ ਦੇ ਵਿੱਚ ਘਿਰੀ ਰਹੀ, ਇਹ ਸਵਾਲ ਹੁਣ ਤੱਕ ਸੀਗੇ ਸਿਰਫ ਮੀਡੀਆ ਦੇ ਚਰਚਾਵਾਂ ਦੇ ਵਿੱਚ, ਅਖਬਾਰਾਂ ਦੀਆਂ ਸੁਰਖੀਆਂ ਦੇ ਵਿੱਚ। ਹੁਣ ਸਿਕਸ ਇਨ ਲਾਜ਼ ਦੇ ਵੱਲੋਂ ਆਪਣੀ ਇੱਕ ਰਿਪੋਰਟ ਤਿਆਰ ਕੀਤੀ ਗਈ ਹੈ ਬਲੂਮ ਰਿਵਿਊ ਦੇ ਉੱਤੇ। ਉਸ ਰਿਪੋਰਟ ਦੇ ਵਿੱਚ ਕੀ ਕੁਝ ਹੈ ਖਾਸ? ਇਸ ਰਿਪੋਰਟ ਨੂੰ ਹਾਊਸ ਆਫ ਲਾਰਡਸ ਦੇ ਵਿੱਚ ਲੈ ਕੇ ਗਏ ਨੇ ਕਈ ਸ਼ਖਸੀਅਤਾਂ। 19 ਜੁਲਾਈ ਨੂੰ ਸਵੇਰੇ 10:30 ਵਜੇ ਰਿਪੋਰਟ ਲਿਆਈ ਜਾਂਦੀ ਹੈ। ਸਾਡੇ ਨਾਲ ਖਾਸ ਤੌਰ ਦੇ ਉੱਤੇ ਸਿਕਸ ਇਨ ਲਾਜ਼ ਦੇ ਸਿਲੈਕਟ ਕਮੇਟੀ ਦੇ ਮੈਂਬਰ ਜੁੜੇ ਹੋਏ ਨੇ, ਡਾਕਟਰ ਗੁਰਨਾਮ ਸਿੰਘ। ਉਹਨਾਂ ਦਾ ਸਭ ਤੋਂ ਪਹਿਲੇ ਸਵਾਗਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰਵੀਰ ਸਿੰਘ ਜੀ, ਠੀਕ ਠਾਕ ਹੋ? ਸਭ ਚੜ੍ਹਦੀ ਕਲਾ। ਡਾਕਟਰ ਸਾਹਿਬ ਸਭ ਤੋਂ ਪਹਿਲੇ ਤੁਹਾਡਾ ਅਸੀਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਇਸ ਜਟਿਲ ਵਿਸ਼ੇ ਦੇ ਉੱਤੇ ਸੰਗਤਾਂ ਦੇ ਨਾਲ ਵਿਚਾਰ ਸਾਂਝੇ ਕਰਨ ਅਤੇ ਹੁਣ ਤੱਕ ਜੋ ਕੁਝ ਇਸ ਦੇ ਉੱਤੇ ਕਾਰਵਾਈਆਂ ਸਿੱਖ ਜਥੇਬੰਦੀਆਂ, ਸਿੱਖ ਆਪਣੀ ਬਣਦੀ ਜ਼ਿੰਮੇਵਾਰੀ ਦੇ ਮੁਤਾਬਕ ਕਰਦੇ ਆਏ ਨੇ, ਉਸ ਦੇ ਉੱਤੇ ਗੱਲਬਾਤ ਕਰਨ ਦੇ ਲਈ ਤੁਸੀਂ ਅਕਾਲ ਚੈਨਲ ਦੇ ਨਾਲ ਜੁੜੇ ਹੋ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਇਹ ਜਾਣਨਾ ਚਾਹਾਂਗੇ ਇਹ ਬਲੂਮ ਰਿਵਿਊ ਰਿਪੋਰਟ ਸੀ ਕੀ ਤੇ ਇਸ ਦਾ ਵਿਵਾਦ ਸ਼ੁਰੂ ਕਿੱਥੋਂ ਹੁੰਦਾ ਹੈ? ਬਿਲਕੁਲ ਜੀ ਅਮਰਪ੍ਰੀਤ ਸਿੰਘ ਜੀ, ਮੇਰੇ ਖਿਆਲ ਦਰਸ਼ਕਾਂ ਨੂੰ ਪਤਾ ਵੀ 26 ਅਪ੍ਰੈਲ ਐਸੇ ਸਾਲ 160 ਪੰਨਿਆਂ ਦੀ ਰਿਪੋਰਟ ਜਿਹਦਾ ਨਾਮ ਸੀ ਇੰਡੀਪੈਂਡੈਂਟ ਰਿਵਿਊ ਔਨ ਹਾਊ ਗਵਰਨਮੈਂਟ ਇੰਗੇਜਸ ਵਿਦ ਫੇਥ, ਡਸ ਗਵਰਨਮੈਂਟ ਡੂ ਗੋਡ। ਇਹ ਕੋਲਿਨ ਬਲੂਮ ਜੋ ਕਿ ਇੰਡੀਪੈਂਡੈਂਟ ਸੋ ਕਾਲਡ ਇੰਡੀਪੈਂਡੈਂਟ ਐਡਵਾਈਜ਼ਰ ਅਪਾਇੰਟ ਕੀਤਾ ਸੀ, ਵੈਸੇ ਤਾਂ ਕੰਜ਼ਰਵੇਟਿਵ ਪਾਰਟੀ ਨਾਲ ਉਹਦੀ ਲਿੰਕ ਹੈਗੀ ਆ, ਤੇ ਉਹਨੂੰ ਇਹ ਮਿਸ਼ਨ ਦਿੱਤਾ ਸੀ ਵੀ ਯੂਕੇ ਦੇ ਵਿੱਚ ਅੱਜ ਕੱਲ ਇੱਕ ਬਹੁਤ ਧਾਰਮਿਕ ਦੇਸ਼ ਆ, ਮਲਟੀ ਰਿਲੀਜੀਅਸ ਦੇਸ਼ ਆ, ਤੇ ਇਹਦੇ ਲਈ ਹੁਣ ਕੀ ਸਰਕਾਰ ਜੋ ਧਾਰਮਿਕ ਇਸ਼ੂਜ਼ ਹੈਗੇ, ਵੱਖਰੇ ਧਰਮਾਂ ਦੇ ਜਾਂ ਮਸਲੇ ਉੱਠਦੇ ਆ, ਉਹਨਾਂ ਨੂੰ ਕਿਸ ਤਰ੍ਹਾਂ ਨਜਿੱਠਦਾ, ਕਿਸ ਤਰ੍ਹਾਂ ਉਹਨੂੰ ਸਮਝਦਾ, ਇਹ ਉਹਦਾ ਮੁੱਖ ਜਿਹੜਾ ਮੰਤਵ ਸੀਗਾ। ਪਰ ਜਿਹੜੀ ਇਹ ਬੜੀ ਖੁਸ਼ੀ ਦੀ ਗੱਲ ਆ, ਤਾਂ ਇਹਦਾ ਸਵਾਗਤ ਵੀ ਕੀਤਾ ਗਿਆ ਸਿੱਖਾਂ ਨੇ, ਹੋਰਨਾਂ ਨੇ ਵੀ ਸਵਾਗਤ ਕੀਤਾ ਵੀ ਜੇ ਸਰਕਾਰ ਤਤਪਰ ਆ ਵੀ ਅਸੀਂ ਧਰਮਾਂ ਦੀਆਂ ਲੋੜਾਂ ਨੂੰ ਸਮਝਣ ਵਾਸਤੇ ਹੋਰ ਵੀ ਅਸੀਂ ਯਤਨਸ਼ੀਲ ਹੋਈਏ ਤਾਂ ਚੰਗੀ ਗੱਲ ਆ। ਪਰ ਜਿੱਥੇ ਤੱਕ ਸਿੱਖਾਂ ਨੂੰ ਸ਼ੌਕ ਮਿਲਿਆ ਸੀਗਾ ਇਸ ਰਿਪੋਰਟ ਦੇ ਵਿੱਚ, ਜਿਹੜੀ 160 ਪੰਨਿਆਂ ਦੀ ਰਿਪੋਰਟ, ਇਹਦਾ ਜਿਹੜਾ ਦੂਜਾ ਫੋਕਸ ਸੀ ਉਹ ਸੀ ਐਕਸਟ੍ਰੀਮਿਜ਼ਮ, ਜਾਂ ਤੁਸੀਂ ਕਹਿ ਸਕਦੇ ਆ ਵਾਇਲੈਂਟ ਐਕਸਟ੍ਰੀਮਿਜ਼ਮ, ਜੋ ਕਿ ਉਹਨਾਂ ਨੇ ਕਿਹਾ ਵੀ ਯੂਕੇ ਦੇ ਵਿੱਚ ਇਸ ਚੀਜ਼ ਦਾ ਖਤਰਾ ਆ। ਤੇ ਉਹਦੇ ਵਿੱਚ ਉਹਨਾਂ ਨੇ ਵੱਖਰੇ ਧਰਮਾਂ ਦੀ ਜੋ ਨਿਰਣਾ ਕੀਤਾ ਸੀ ਵੀ ਕਿਹੜੇ ਧਰਮ ਦੇ ਵਿੱਚ ਇਸ ਇਸ਼ੂ ਹੈਗੇ ਆ ਜੀ। ਔਰ ਉਹਨੇ ਥੋੜਾ, ਪਰ ਕਮਾਲ ਦੀ ਗੱਲ ਸੀ ਵੀ ਜਿੱਥੇ ਦੂਜੇ ਧਰਮਾਂ ਤੇ ਇੱਕ ਅੱਧਾ ਪੰਨਾ ਜਾਂ ਅੱਧਾ ਵੀ ਨਹੀਂ ਪੇਜ ਲਾਇਆ, ਤਾਂ ਉੱਥੇ ਸਿੱਖਾਂ ਤੇ ਨੀਅਰਲੀ 15-16 ਪੇਜ ਲਾਏ ਸੀ ਵੀ ਸਿੱਖਾਂ ਦੇ ਵਿੱਚ ਐਕਸਟ੍ਰੀਮਿਜ਼ਮ ਹੈਗੀ ਆ। ਤੇ ਉਹਦੇ ਵਿੱਚੋਂ ਸਿੱਖ ਜਥੇਬੰਦੀਆਂ ਨੂੰ ਜਾਂ ਆਮ ਜਿਹੜੇ ਨਹੀਂ ਵੀ ਸਿੱਖ ਜਥੇਬੰਦੀਆਂ ਨਾਲ ਜਿਹੜੇ ਹਿਊਮਨ ਰਾਈਟਸ ਮਨਪਸੰਦ ਆ, ਉਹਨਾਂ ਨੇ ਕਿਹਾ ਵੀ ਇਹਦਾ ਕਿੱਦਾਂ ਹੋ ਸਕਦਾ ਵੀ ਇੱਕ ਪਾਸੇ ਉਹਨੇ ਇਸ ਰਿਪੋਰਟ ਦੇ ਵਿੱਚ ਡਟ ਕੇ ਲਿਖਿਆ ਵੀ ਸਿੱਖ ਬਹੁਤ ਇੱਕ ਅਮਨ ਪਸੰਦ ਕਮਿਊਨਿਟੀ ਆ, ਸਿੱਖ ਉਹਨਾਂ ਦਾ ਸਿਧਾਂਤ ਹੀ ਹੈਗਾ ਲੋਕਾਂ ਦਾ ਭਲਾ ਕਰਨਾ, ਤਾਂ ਫਿਰ ਇੰਨੀ ਡਿਸਪ੍ਰੋਪੋਰਸ਼ਨੇਟ ਫੋਕਸ ਕਿਉਂ ਸਿੱਖਾਂ ਦੇ ਉੱਪਰ, ਜਿਸ ਦੇ ਨਾਲ ਸਾਨੂੰ ਸਿੱਖਾਂ ਨੂੰ ਇਹ ਆ ਵੀ ਸਾਡੇ ਤੇ ਲੇਬਲ ਲੱਗ ਜਾਊਗਾ ਵੀ ਸਿੱਖ, ਜਿੱਦਾਂ ਤੁਹਾਨੂੰ ਪਤਾ ਇਤਿਹਾਸ ਦੇ ਵਿੱਚ ਸਾਨੂੰ ਜਰੈਂਪੇਸ਼ਾ ਕੌਮ ਵੀ ਲੇਬਲ ਲਾਇਆ ਗਿਆ ਸੀਗਾ, ਮੇਰੇ ਖਿਆਲ ਨਹਿਰੂ ਨੇ ਲਾਇਆ ਸੀਗਾ ਵੀ ਇਹ ਜਰੈਂਪੇਸ਼ਾ ਆ, ਅਨਸਿਵਲਾਈਜ਼ਡ ਲੋਕ। ਤੇ ਹੁਣ ਇਹ ਬ੍ਰਿਟਿਸ਼ ਵੀ ਉਹੀ ਸਾਡੇ ਤੇ ਇੱਕ ਲੇਬਲ ਲਾ ਰਹੇ ਆ ਵੀ ਇਹ ਡੇਂਜਰਸ ਲੋਕ ਆ, ਇਹ ਐਕਸਟ੍ਰੀਮਿਸਟ ਆ। ਸੋ ਇਹਦਾ ਜਿਹੜਾ ਕਾਫੀ ਸਾਨੂੰ ਸੰਸਥਾਵਾਂ ਨੇ ਵੀ ਅਪਰੋਚ ਕੀਤੀ ਸੀ, ਕਿਉਂ ਕਹਿੰਦੇ ਵੀ ਇਹ ਜਿਹੜਾ ਹੁਣ ਜਵਾਬ ਇਹਦਾ ਆਪਾਂ ਨਾਅਰੇਬਾਜ਼ੀ ਦਾ ਜਲੂਸ ਕੱਢ ਕੇ ਜਵਾਬ ਨਹੀਂ ਦੇ ਸਕਦੇ, ਕਿਉਂਕਿ ਇਹਨਾਂ ਨੇ ਇੱਕ ਰਿਪੋਰਟ ਦੇ ਰੂਪ ਦੇ ਵਿੱਚ ਦਿੱਤਾ। ਇਹ ਤਾਂ ਜਿੱਦਾਂ ਨਹੀਂ ਇੱਕ ਕਹਾਵਤ ਇੰਗਲਿਸ਼ ਵਿੱਚ, ਯੂ ਹੈਵ ਟੂ ਫਾਈਟ ਫਾਇਰ ਵਿਦ ਫਾਇਰ ਜੀ। ਤੇ ਸਾਨੂੰ ਫਿਰ ਉਹੀ ਹਥਿਆਰ ਵਰਤਣਾ ਪਿਆ ਜੋ ਇਹਨਾਂ ਨੇ ਸਾਡੇ ਤੇ ਹਥਿਆਰ ਵਰਤਿਆ। ਉਹ ਇਹ ਸੀ ਵੀ ਅਸੀਂ ਵੀ ਆਪਣੀ ਇੰਡੀਪੈਂਡੈਂਟ ਰਿਪੋਰਟ ਪੇਸ਼ ਕਰੂੰਗੇ, ਇਹਨਾਂ ਦੇ ਕੱਲੇ ਜੇ ਇਹਨਾਂ ਨੇ ਉੱਤੇ ਨੁਕਤੇ ਪਾਏ, ਅਸੀਂ ਐਵੀਡੈਂਸ ਬੇਸ, ਅਸੀਂ ਰਿਸਰਚ ਬੇਸ ਨਿਰਪੱਖ ਹੋ ਕੇ ਇਹਦਾ ਜਵਾਬ ਦੇਵਾਂਗੇ। ਸਿਕਸ ਫॉर ਲਾਅ ਜਿਹੜੀ ਇੱਕ ਸੰਸਥਾ ਹੈਗੀ ਆ, ਜਿਹਦੇ ਵਿੱਚ ਬੈਰਿਸਟਰਸ ਹੈਗੇ ਆ, ਹਾਈ ਲੈਵਲ ਕੁਆਲੀਫਾਈਡ ਪੀਪਲ, ਉਹਨਾਂ ਨੇ ਬਲਦੀਪ ਸਿੰਘ ਨੇ ਯਤਨ ਕੀਤਾ ਵੀ ਇੱਕ ਪੈਨਲ ਬਣਾਈ ਜਾਵੇ ਜਿਹਦੇ ਵਿੱਚੋਂ
ਦਾਸ ਵੀ ਸੀਗਾ। ਤੁਹਾਨੂੰ ਪਤਾ ਮੈਂ ਯੂਨੀਵਰਸਿਟੀ ਆਫ ਵਾਰਿਕ ਦੇ ਵਿੱਚ ਇੱਕ ਪ੍ਰੋਫੈਸਰ ਹਾਂ, ਔਰ ਹਮੇਸ਼ਾ ਹੀ ਮੀਡੀਆ ਦੇ ਵਿੱਚ ਵੀ ਅਸੀਂ ਹਮੇਸ਼ਾ ਹੀ ਨਿਰਪੱਖ ਹੋ ਕੇ ਗੱਲ ਕਰਦੇ ਰਹੇ ਹਾਂ, ਕਿਉਂਕਿ ਸਾਨੂੰ ਸੱਚ ਦੇ ਨਾਲ ਸਾਡਾ ਪਿਆਰ ਹੈ। ਹਾਂਜੀ, ਇਹ ਤਾਂ ਧਰਮ ਵੀ ਸਾਡਾ ਕਹਿੰਦਾ। ਇਸ ਦੇ ਨਾਲ ਪ੍ਰੋਫੈਸਰ ਸਤਵਿੰਦਰ ਸਿੰਘ ਜੀ, ਕਿੰਗਸ ਕਾਲਜ ਲੰਡਨ, ਜਿਹੜੀ ਕਿ ਦੁਨੀਆ ਦੀ ਸਭ ਤੋਂ ਮੰਨੀ ਪ੍ਰਮੰਨੀ ਯੂਨੀਵਰਸਿਟੀ ਹੈਗੀ ਆ, ਉਹਨਾਂ ਤੇ ਲਾਅ ਦੇ ਪ੍ਰੋਫੈਸਰ ਨੇ, ਹਿਊਮਨ ਰਾਈਟਸ ਦੇ ਐਕਸਪਰਟ ਨੇ, ਔਰ ਉਹਨਾਂ ਨੇ ਚੇਅਰ ਕੀਤੀ ਸੀਗੀ। ਡਾਕਟਰ ਬਲਵਿੰਦਰ ਕੌਰ ਜੀ ਸਾਡੀ ਭੈਣ ਆ, ਉਹ ਵੀ ਇਸ ਫੀਲਡ ਦੇ ਵਿੱਚ ਬਹੁਤ ਮਾਹਰ ਹੈ, ਵੁਲਵਰਹੈਂਪਟਨ ਯੂਨੀਵਰਸਿਟੀ ਤੋਂ। ਤੇ ਹਰਜਾਬ ਸਿੰਘ ਬੰਗਲ ਜੇ ਕਿ ਆਪਣੇ ਆਪ ਦੇ ਵਿੱਚ ਇੱਕ ਬਹੁਤ ਮੰਨੇ ਪਰਮੰਨੇ ਵਕੀਲ ਨੇ, ਔਰ ਮੀਡੀਆ ਦੇ ਵਿੱਚ ਵੀ ਪਰਸਨੈਲਿਟੀ ਹੈਗੀ ਆ ਜੀ। ਸੋ ਨਾਲ ਬਲਦੀਪ ਸਿੰਘ ਜੋ ਕਿ ਬੈਰਿਸਟਰ ਹੈਗੇ ਆ, ਸਿੱਖਸ ਫॉर ਲਾਅ ਦੇ, ਉਹਨਾਂ ਦੇ ਚੇਅਰਮੈਨ ਵੀ ਹੈਗੇ ਆ। ਸੋ ਇੱਕ ਕਮੇਟੀ ਦੇ ਵਿੱਚ ਅਸੀਂ ਫਿਰ ਇੱਕ ਸੱਦਾ ਦਿੱਤਾ ਸੀਗਾ ਵੀ ਜਿਹਨੂੰ ਇਸ ਰਿਪੋਰਟ ਦੇ ਬਾਰੇ ਕੋਈ ਆਬਜੈਕਸ਼ਨ ਹੈਗਾ ਜਾਂ ਕੋਈ ਵਿਚਾਰ ਹੈ ਜਾਂ ਉਹਦੇ ਹੱਕ ਦੇ ਵਿੱਚ ਵੀ ਕੋਈ ਸਾਨੂੰ ਕਹਿ ਸਕਦੇ, ਤਾਂ ਉਹ ਸਾਨੂੰ ਰਿਟਨ ਰਿਪੋਰਟ ਭੇਜਣ। ਠੀਕ ਹੈ, ਤਾਂ ਰਿਟਨ ਜੇ ਨਹੀਂ ਤਾਂ ਅਸੀਂ ਫਿਰ ਪਿੱਛੇ ਲੰਡਨ ਦੇ ਵਿੱਚ ਬੈਰਿਸਟਰਸ ਚੈਂਬਰਸ ਦੇ ਵਿੱਚ ਵੀ ਇੱਕ ਹੀਅਰਿੰਗ ਰੱਖੀ ਸੀਗੀ, ਜਿੱਥੇ ਵਰਬਲੀ ਵੀ ਲੋਕੀ ਆ ਕੇ ਵੀ ਐਕਸਪਰਟਸ ਨੇ ਸਾਨੂੰ ਆਪਣਾ ਆਪਣਾ ਪੱਖ ਦਿੱਤਾ, ਜਿਹਦੇ ਵਿੱਚ ਪ੍ਰੋਫੈਸਰ ਪ੍ਰੀਤਮ ਸਿੰਘ ਯੂਨੀਵਰਸਿਟੀ ਆਫ ਆਕਸਫੋਰਡ ਵਰਗੇ, ਪ੍ਰੋਫੈਸਰ ਮੀਨਾ ਡਾਂਡਾ, ਹੋਰ ਵੀ ਅਨੇਕ ਸਕਾਲਰਸ, ਵਕੀਲਦਾਨ ਔਰ ਆਮ ਕਮਿਊਨਿਟੀ ਦੇ ਵੀ ਉਹਨਾਂ ਨੇ ਉੱਥੇ ਐਵੀਡੈਂਸ ਦਿੱਤਾ। ਜਰਨਲਿਸਟ ਜਿਸ ਤਰ੍ਹਾਂ ਹੁਣ ਡਾਕਟਰ ਜਸਜੀਤ ਸਿੰਘ ਲੀਡਸ ਯੂਨੀਵਰਸਿਟੀ ਤੋਂ, ਉਹਨਾਂ ਨੇ ਵੀ ਐਵੀਡੈਂਸ ਦਿੱਤਾ। ਤੇ ਆਪਣੇ ਸਨੀ ਹੰਡਲ ਜੋ ਕਿ ਮੰਨੇ ਪਰਮੰਨੇ ਜਰਨਲਿਸਟ ਹੈਗੇ ਆ, ਉਹਨਾਂ ਨੇ ਵੀ ਐਵੀਡੈਂਸ ਦਿੱਤਾ। ਉਹਨਾਂ ਦੇ ਜਿਹੜੇ ਐਵੀਡੈਂਸ ਬਹੁਤ ਜ਼ਰੂਰੀ ਸੀ ਮਨਪ੍ਰੀਤ, ਕਰਕੇ ਉਹਨਾਂ ਦੀ ਨਿਊਜ਼ਪੇਪਰ ਆਰਟੀਕਲਸ, ਉਹਨਾਂ ਦਾ ਰੈਫਰੈਂਸ ਲੈ ਕੇ ਬਲੂਮ ਨੇ ਇਹ ਆਪਣੀ ਗੱਲ ਨੂੰ ਸਾਬਤ ਕੀਤਾ ਸੀ। ਪਰ ਉਹਨਾਂ ਨੇ ਵੀ ਐਵੀਡੈਂਸ ਦਿੱਤਾ ਵੀ ਜੇ ਅਸੀਂ ਲਿਖਿਆ ਸੀ, ਅਸੀਂ ਲਿਖਿਆ ਨਹੀਂ ਵੀ ਸਿੱਖ ਐਕਸਟ੍ਰੀਮਿਸਟ ਆ। ਤਾਂ ਉਹਨਾਂ ਨੇ ਉਹਦੀ ਰੈਫਰੈਂਸ ਨੂੰ ਵੀ ਕੰਟਰਡਿਕਟ ਕੀਤਾ ਵੀ ਜਿਹੜੀ ਉਹਨਾਂ ਦੀ ਆਪ ਬੋਲਦੀ ਜਿਹੜੀ ਵਰਤੀ ਗਈ ਸੀਗੀ ਜੀ। ਹਾਂਜੀ, ਸੋ ਇਸ ਤੋਂ ਬਾਅਦ ਅਸੀਂ ਫਿਰ ਕੱਲ ਹਾਊਸ ਆਫ ਲਾਰਡਸ ਦੇ ਵਿੱਚ ਲਾਰਡ ਸਹੋਤਾ ਜੋ ਕਿ ਪਿੱਛੇ 7 ਮਹੀਨੇ ਹੋਇਆ ਉਹ ਲਾਰਡ ਬਣੇ ਨੇ ਟੈਲਫੋਰਡ ਤੋਂ, ਕੁਲਦੀਪ ਸਿੰਘ ਸਹੋਤਾ, ਉਹਨਾਂ ਨੇ ਫਿਰ ਮੀਟਿੰਗ ਰੱਖੀ, ਸਪਾਂਸਰ ਕੀਤਾ। ਤਾਂ ਅਸੀਂ ਉੱਥੇ ਬਤੌਰ ਜਿੱਦਾਂ ਗਵਰਨਮੈਂਟ ਲੈਵਲ ਤੇ ਤੁਸੀਂ ਕੋਈ ਰਿਪੋਰਟ ਪੇਸ਼ ਕਰਦੇ ਆ, ਅਸੀਂ ਇਹਨਾਂ ਦੀ ਹੀ ਸਰਕਾਰ, ਇਹਨਾਂ ਦੀ ਹੀ ਪਾਰਲੀਮੈਂਟ ਦੇ ਵਿੱਚ ਜਾ ਕੇ, ਹਾਊਸ ਆਫ ਲਾਰਡਸ ਦੇ ਵਿੱਚ ਜਾ ਕੇ, ਤਾਂ ਅਸੀਂ ਆਪਣਾ ਪੱਖ ਦਿੱਤਾ, ਪ੍ਰੋਪਰਲੀ ਜਿੱਦਾਂ ਰਿਪੋਰਟ ਦੇਈਦੀ ਆ। ਠੀਕ, ਇਹ ਬਹੁਤ ਇੱਕ ਇਤਿਹਾਸਕ ਦਿਨ ਸੀ ਸਿੱਖਾਂ ਵਾਸਤੇ, ਕਿਉਂਕਿ ਅਸੀਂ ਇੱਕ ਦਿਖਾਇਆ ਵੀ ਅਸੀਂ ਕਹਿੰਦੇ ਲੋਹੇ ਦੇ ਨਾਲ ਲੋਹਾ ਅਸੀਂ ਮੁਕਾਬਲਾ ਕਰ ਸਕਦੇ, ਅਸੀਂ ਉਹੀ ਤਰੀਕੇ ਨਾਲ ਕੀਤਾ। ਅਸੀਂ ਇਹਨਾਂ ਦੀ ਬੋਲੀ ਵਰਤ ਕੇ, ਇਹਨਾਂ ਦੇ ਹੀ ਢਾਂਚੇ ਵਰਤ ਕੇ, ਕਾਨੂੰਨ ਦੇ ਵਿੱਚ ਹੋ ਕੇ, ਤਾਂ ਇਹਨਾਂ ਨੂੰ ਸਾਬਤ ਕੀਤਾ ਵੀ ਤੁਸੀਂ ਅੱਜ ਬਹੁਤ ਵੱਡੀ ਗਲਤੀ ਕੀਤੀ ਆ। ਸਿਕਸ ਇਨ ਲਾਜ਼ ਦੇ ਵੱਲੋਂ ਤਿਆਰ ਕੀਤੀ ਗਈ ਇਹ ਰਿਪੋਰਟ ਜਿਸ ਵੇਲੇ ਅਸੀਂ ਨਜ਼ਰ ਪਾਉਂਦੇ ਹਾਂ, ਕਈ ਚੀਜ਼ਾਂ ਦਾ ਖੰਡਨ ਕਰਦੀ ਹੈ ਜੋ ਕੁਝ ਕੋਲਨ ਬਲੂਮ ਆਪਣੀ ਰਿਪੋਰਟ ਦੇ ਵਿੱਚ ਲਿਖਦੇ ਨੇ। ਤੁਹਾਨੂੰ ਨਹੀਂ ਜਾਪਦਾ ਕਿ ਜਿਸ ਤਰੀਕੇ ਦੇ ਨਾਲ ਬੀਤੇ ਸਮਿਆਂ ਦੇ ਵਿੱਚ ਸਾਨੂੰ ਵੇਖਣ ਨੂੰ ਪਾਇਆ ਗਿਆ ਕਿ ਭਾਰਤ ਦੀ ਸਰਕਾਰ ਜਾਂ ਉੱਥੋਂ ਦੀਆਂ ਏਜੰਸੀਆਂ ਜਾਂ ਉੱਥੋਂ ਦੀ ਕੁਝ ਧਾਰਮਿਕ ਜਥੇਬੰਦੀਆਂ ਆਪਣੇ ਵੱਲੋਂ ਬਾਹਰਲੇ ਮੁਲਕਾਂ ਦੀ ਸਿਆਸੀ ਜਥੇਬੰਦੀਆਂ ਦੇ ਉੱਤੇ ਦਬਾਅ ਪਾਉਣ ਦੀਆਂ ਕੋਸ਼ਿਸ਼ਾਂ ਕਰਦੀਆਂ ਨੇ, ਤਾਂ ਕਿਸੇ ਨਾ ਕਿਸੇ ਹੱਥਕੰਡੇ ਦੇ ਤਹਿਤ ਹੀ ਸਿੱਖਾਂ ਬਾਬਤ ਇਹ ਸਭ ਕੁਝ ਕੋਲਨ ਲਿਖ ਦਿੰਦੇ ਨੇ, ਤਾਂ ਸਰਕਾਰਾਂ ਉਸ ਦੇ ਉੱਤੇ ਸਵਾਲ ਵੀ ਖੜੇ ਨਹੀਂ ਕਰਦੀਆਂ, ਜਾਂ ਸਰਕਾਰ ਦੇ ਵੱਲੋਂ ਉਸ ਰਿਪੋਰਟ ਦੇ ਉੱਤੇ ਜੇਕਰ ਵੱਡੀ ਗਿਣਤੀ ਦੇ ਵਿੱਚ ਸਿੱਖਾਂ ਨੇ ਇਤਰਾਜ਼ ਖੜਾ ਕੀਤਾ ਤਾਂ ਕੋਈ ਕਮੇਟੀ ਵੀ ਨਹੀਂ ਬਿਠਾਉਂਦੀ ਕਿ ਉਹ ਜੋ ਇਸ ਰਿਪੋਰਟ ਦੇ ਉੱਤੇ ਥੋੜੀ ਨਜ਼ਰਸਾਨੀ ਕਰੇ। ਇਹ ਜਾਪਦਾ ਨਹੀਂ ਇਹ ਸਾਰੀਆਂ ਚੀਜ਼ਾਂ ਸਿਆਸਤ ਤੋਂ ਪ੍ਰੇਰਿਤ ਨੇ? ਦੇਖੋ ਜੀ, ਬੇਸ਼ੱਕ ਉਹਨਾਂ ਨੂੰ ਇੱਕ ਇੰਡੀਪੈਂਡੈਂਟ ਰਿਵਿਊਅਰ ਕਿਹਾ ਗਿਆ, ਪਰ ਅਕਸਰ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਨੇ ਉਹਨਾਂ ਨੂੰ ਅਕਤੂਬਰ 2019 ਦੇ ਵਿੱਚ ਅਪਾਇੰਟ ਕੀਤਾ ਠੀਕ ਇਹ ਰਿਪੋਰਟ ਕਰਨ ਵਾਸਤੇ। ਸੋ ਸਿਆਸਤ ਇਹਦੇ ਵਿੱਚ ਹੈਗੀ ਆ। ਇਹਦੇ ਨਾਲ ਅਸੀਂ ਜਿਹੜੀ ਸਾਡੀ ਰਿਪੋਰਟ ਸੀ, ਅਸੀਂ ਇਹਦੇ ਵਿੱਚ ਸਿਆਸੀ ਗੱਲਾਂ ਕੋਈ ਨਹੀਂ ਕੀਤੀਆਂ ਸੀ, ਕਰਕੇ ਸਾਡਾ ਜਿਹੜਾ ਬਰੀਫ ਸੀਗਾ ਉਹ ਇਹੀ ਸੀ ਵੀ ਜੋ ਉਹਨਾਂ ਨੇ ਸਿੱਖਾਂ ਦੇ ਬਾਬਤ ਕਿਹਾ ਉਹਦਾ ਐਵੀਡੈਂਸ ਕੀ ਆ। ਅਸੀਂ ਇਹ ਵੀ ਨਹੀਂ ਕਿਹਾ ਵੀ ਜੋ ਉਹਨਾਂ ਨੇ ਕਿਹਾ ਵੀ ਹੈ ਸਹੀ ਜਾਂ ਨਹੀਂ ਸਹੀ, ਅਸੀਂ ਕਿਹਾ ਵੀ ਤੂੰ ਜੋ ਦਾਅਵੇ ਕੀਤੇ ਆ, ਜਿਹੜਾ ਤੂੰ ਐਵੀਡੈਂਸ ਯੂਜ਼ ਕੀਤਾ, ਉਹ ਬਿਲਕੁਲ ਨਹੀਂ ਗੱਲ ਬਣਦੀ। ਜਿਹੜੇ ਤੁਸੀਂ ਰੈਫਰੈਂਸਿਸ ਯੂਜ਼ ਕੀਤੇ ਆ, ਹੁਣ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ। ਇੱਕ ਉਹਨਾਂ ਨੇ ਟੈਰੀ ਮੋਲੈਸਕੀ ਜੋ ਕਿ ਕੈਨੇਡਾ ਦੇ ਵਿੱਚੋਂ ਇੱਕ ਥਿੰਕ ਟੈਂਕ ਨੇ ਰਿਪੋਰਟ ਪੇਸ਼ ਕੀਤੀ ਸੀਗੀ, ਦ ਮੈਕਡੋਨਲਡ ਲਾਰੀਅਰ ਇੰਸਟੀਚਿਊਟ, ਹਾਂਜੀ, ਔਨ ਖਾਲਿਸਤਾਨ ਜੀ, ਤੇ ਉਹਨਾਂ ਨੇ ਉਸ ਰਿਪੋਰਟ ਦੇ ਵਿੱਚ ਕਿਹਾ ਸੀ ਵੀ ਇਹ ਪਾਕਿਸਤਾਨ ਦਾ ਪ੍ਰੋਜੈਕਟ ਆ, ਠੀਕ ਹੈ। ਸੋ ਉਹ ਜਿਹੜੀ ਰਿਪੋਰਟ ਸੀ ਉਹ ਇਹਨੇ ਰੈਫਰੈਂਸ ਕੀਤੀ, ਪਰ ਉਹ ਰਿਪੋਰਟ ਉਹਨਾਂ ਨੂੰ ਆਪ ਵਾਪਸ ਕਰਨੀ ਪਈ ਸੀ, ਕਿਉਂਕਿ ਜਦੋਂ ਕੈਨੇਡਾ ਦੇ ਵਿੱਚ ਸਿੱਖਾਂ ਨੇ ਚੈਲੰਜ ਕੀਤਾ ਇਸ ਚੀਜ਼ ਨੂੰ,
ਤਾਂ ਉਹਨਾਂ ਨੇ ਕੋਰਟ ਦੇ ਵਿੱਚ ਕਿਹਾ ਵੀ ਹਾਂ ਸਾਡੇ ਕੋਲ ਕੋਈ ਐਵੀਡੈਂਸ ਨਹੀਂ ਹੈਗਾ ਜੋ ਅਸੀਂ ਦਾਅਵੇ ਕਰਦੇ ਆ ਵੀ ਸਿੱਖ ਜਿਹੜੇ ਹੈਗੇ ਪਾਕਿਸਤਾਨ ਤੋਂ ਸਪਾਂਸਰ ਹੁੰਦੇ ਆ, ਠੀਕ ਹੈ। ਸੋ ਈਵਨ ਦੀ ਐਵੀਡੈਂਸ ਜਿਹੜਾ ਇਹਨੇ ਯੂਜ਼ ਕੀਤਾ ਉਹ ਵੀ ਔਨ ਜਿੱਦਾਂ ਨਹੀਂ ਹੁਣ ਤੁਸੀਂ ਕੋਰਟ ਦੇ ਵਿੱਚ ਆ, ਹੁਣ ਤੁਹਾਡਾ ਕੇਸ ਕਰਦਾ ਪ੍ਰੋਸੀਕਿਊਸ਼ਨ, ਫਿਰ ਡਿਫੈਂਸ ਦਾ ਹੁੰਦਾ ਵੀ ਤੂੰ ਕਹਿ ਰਿਹਾ ਵੀ ਆ ਇਹਨਾਂ ਤੇ ਹੈਗੇ ਐਵੀਡੈਂਸ, ਪਰ ਇਹਦਾ ਕੋਈ ਪ੍ਰੂਫ ਹੀ ਹੈ ਨਹੀਂ, ਜਾਂ ਜਿਹੜੇ ਐਵੀਡੈਂਸ ਫੇਕ ਆ। ਅਸੀਂ ਸਾਬਤ ਕੀਤਾ ਵੀ ਜਿੰਨਾ ਵੀ ਇਹਨੇ ਐਵੀਡੈਂਸ ਯੂਜ਼ ਕੀਤਾ ਉਹ ਸਾਰਾ ਜਾਂ ਤਾਂ ਅਨਰਿਲਾਇਬਲ ਆ, ਜਾਂ ਫੇਕ ਆ, ਜਾਂ ਬਿਲਕੁਲ ਉਹਦਾ ਕੋਈ ਸਵਾਲ ਨਹੀਂ ਪੈਦਾ ਹੁੰਦਾ। ਇਹਦੇ ਚ ਇੱਕ ਹੋਰ ਹੈਰਾਨਗੀ ਦੀ ਗੱਲ ਸੀ ਅਮਰਪ੍ਰੀਤ ਸਿੰਘ, ਇਹਨਾਂ ਨੇ ਇੱਕ ਸਿੱਖ, ਅਸੀਂ ਕਾਲ ਚੰਦ ਦੇ ਵਿੱਚ ਉਹਨਾਂ ਨਾਲ ਪ੍ਰੋਗਰਾਮ ਵੀ ਕੀਤੇ, ਡਾਕਟਰ ਜਸਜੀਤ ਸਿੰਘ ਲੀਡਸ ਯੂਨੀਵਰਸਿਟੀ ਤੋਂ, ਜਿਨ੍ਹਾਂ ਨੇ ਸਭ ਤੋਂ ਰਿਲਾਇਬਲ ਰਿਸਰਚ ਕੀਤੀ ਆ ਵੀ is there any extremism among Sikhs in the UK, ਠੀਕ ਹੈ। ਉਹਨਾਂ ਨੇ ਇਨਫੈਕਟ ਉਹ ਵੀ ਇੱਕ ਸਰਕਾਰ ਦੀ ਹੀ ਫੰਡਡ ਰਿਸਰਚ ਕੀਤੀ ਗਈ ਸੀ, ਪਿੱਛੇ ਮੇਰੇ ਕੋਲ 2 ਸਾਲ ਹੋਏ ਪਬਲਿਸ਼ ਕੀਤੀ ਨੂੰ ਜੀ, ਜਿਹੜੀ ਜਗ੍ਹਾ ਜਗ੍ਹਾ ਉਹਦੀ ਰੈਫਰੈਂਸ ਹੁੰਦੀ ਹੈ। ਉਸ ਰਿਪੋਰਟ ਨੂੰ ਇਹਨੇ ਰੈਫਰੈਂਸ ਹੀ ਨਹੀਂ ਕੀਤਾ, ਔਰ ਉਸ ਸਿੱਖ ਨੂੰ ਡਾਕਟਰ ਜਸਜੀਤ ਸਿੰਘ ਨੂੰ ਇੰਟਰਵਿਊ ਵੀ ਨਹੀਂ ਕੀਤਾ ਇਹਨਾਂ ਨੇ, ਕਿਉਂਕਿ ਇਹ ਦਾਅਵੇ ਕਰਦਾ ਸੀ ਵੀ ਮੈਂ ਇੰਨੇ ਹਜ਼ਾਰ ਇੰਟਰਵਿਊ ਕੀਤੀਆਂ ਹੋਰਨਾਂ ਦੇ ਨਾਲ, ਸਿੱਖਾਂ ਦੇ ਨਾਲ ਵੀ, ਪਰ ਇਹਦੇ ਚੋਂ ਇੰਜ ਜਾਪਦਾ ਸੀ ਵੀ ਹੋ ਸਕਦਾ ਜਿਹੜੇ ਲੋਕ ਹਿੰਦ ਸਰਕਾਰ ਦਾ ਪੱਖ ਪੇਸ਼ ਕਰਨਾ ਚਾਹੁੰਦੇ ਆ ਜੀ, ਤਾਂ ਉਹਨਾਂ ਦੇ ਵਿਚਾਰ ਲੈ ਕੇ ਤਾਂ ਰਿਪੋਰਟ ਦੇ ਵਿੱਚ ਪਾਤੇ, ਤਾਂ ਜਿਹੜਾ ਐਵੀਡੈਂਸ ਸੀ ਉਹਨੂੰ ਚੈਲੰਜ ਕਰਦਾ ਉਹਦੇ ਬਾਰੇ ਕੋਈ ਨਹੀਂ ਧਿਆਨ ਕੀਤਾ। ਪਰ ਸਾਡਾ ਕੰਮ ਨਹੀਂ ਸੀ ਵੀ ਕੋਈ ਸਿਆਸਤ ਜਾਂ ਇੰਡੀਅਨ ਜਾਂ ਇੰਟਰਨੈਸ਼ਨਲ ਪੋਲਿਟਿਕਸ, ਪਰ ਇਹ ਜ਼ਰੂਰ ਜਾਪਦਾ ਇਹ ਆ ਅਮਰਪ੍ਰੀਤ ਸਿੰਘ ਜੀ ਕਰਕੇ। ਇਹਦੇ ਚੋਂ ਇੱਕ ਹੋਰ ਵੀ ਗੱਲ ਆ, ਅਸੀਂ ਕੋਲਿਨ ਬਲੂਮ ਨੂੰ ਵੀ ਕਿਹਾ ਸੀ ਵੀ ਤੂੰ ਵੀ ਐਵੀਡੈਂਸ ਦੇ, ਜਿਹੜੀ ਸਾਡੀ ਰਿਪੋਰਟ ਹੈ ਆ ਕੇ ਪੇਸ਼, ਸਾਡੀ ਕਚਹਿਰੀ ਪੇਸ਼ ਹੋ। ਉਹਨੇ ਸਾਨੂੰ ਜਵਾਬ ਨਹੀਂ ਦਿੱਤਾ। ਅਸੀਂ, ਤੁਹਾਨੂੰ ਪਤਾ, ਪਿੱਛੇ ਅਸੀਂ ਮੀਡੀਆ ਦੇ ਵਿੱਚ ਵੀ ਪ੍ਰੋਗਰਾਮ ਕੀਤੇ ਤਾਂ ਉਹ ਕਿਸੇ ਸਿੱਖ ਮੀਡੀਆ ਦੇ ਵਿੱਚ ਆਉਣ ਨੂੰ ਤਿਆਰ ਹੀ ਨਹੀਂ ਸੀ ਜੀ। ਸੇਮ ਟਾਈਮ ਇੰਡੀਅਨ ਮੀਡੀਆ ਦੇ ਉੱਪਰ, ਡੈਫੀਨਿਟਲੀ ਮੀਡੀਆ ਦੇ ਉੱਪਰ ਜਗ੍ਹਾ ਜਗ੍ਹਾ ਜਾ ਕੇ ਇੰਟਰਵਿਊ ਦਿੰਦਾ ਜੀ। ਉਹੀ ਹੈ, ਜਿਸ ਧਰਮ ਬਾਰੇ ਤੁਸੀਂ ਆਪਣਾ ਕੋਈ ਪਰਪੇਖ ਸਾਹਮਣੇ ਰੱਖ ਰਹੇ ਹੋ, ਆਪਣੀ ਰਿਸਰਚ ਸਾਹਮਣੇ ਰੱਖ ਰਹੇ ਹੋ, ਉਹਨਾਂ ਦੇ ਸਵਾਲਾਂ ਦੇ ਜਵਾਬ ਤੁਹਾਡੇ ਕੋਲ ਨਹੀਂ ਹੈਗੇ, ਉਹਨਾਂ ਦੇ ਨਾਲ ਬਹਿ ਕੇ ਗੱਲਬਾਤ ਕਰਨ ਨੂੰ ਤੁਸੀਂ ਤਿਆਰ ਨਹੀਂ ਹੋ, ਲੇਕਿਨ ਹਾਂ ਜਿਸ ਮੀਡੀਆ ਦੇ ਹੱਕ ਦੇ ਵਿੱਚ ਜਾਂ ਜਿਸ ਮੀਡੀਆ ਤੱਕ ਪਹੁੰਚ ਕੇ ਤੁਸੀਂ ਆਪਣਾ ਪੱਖ ਰੱਖ ਰਹੇ ਹੋ, ਜਿੱਥੇ ਪੱਖ ਰੱਖਣ ਦਾ ਕੁਝ ਫਾਇਦਾ ਹੈ ਵੀ ਜਾਂ ਨਹੀਂ, ਉਹ ਪੱਖ ਪ੍ਰੋਪੇਗੈਂਡਾ ਦੇ ਰੂਪ ਦੇ ਵਿੱਚ ਰੱਖਿਆ ਜਾ ਰਿਹਾ ਹੈ, ਇਸ ਦੇ ਉੱਤੇ ਸਵਾਲ ਬਣਦੇ ਜ਼ਰੂਰ ਨੇ। ਗੁਰਨਾਮ ਸਿੰਘ ਜੀ, ਤੁਸੀਂ ਜ਼ਰੂਰ ਦੱਸੋ। ਮੈਂ ਬੀਤੇ ਦਿਨ ਦਵਿੰਦਰਜੀਤ ਸਿੰਘ ਹੁਣਾਂ ਨਾਲ ਗੱਲ ਕੀਤੀ ਸੀ, ਉਹਨਾਂ ਤੱਕ ਵੀ ਮੇਰਾ ਇੱਕ ਸਵਾਲ ਸੀਗਾ, ਇਹੋ ਜਿਹੀ ਰਿਪੋਰਟਸ ਯੂਕੇ ਦੇ ਵਿੱਚ ਵਸਦੇ ਸਿੱਖਾਂ ਦੇ ਲਈ ਉਹਨਾਂ ਦੀ ਆਮ ਜੀਵਨ ਦੇ ਉੱਤੇ ਕੀ ਪ੍ਰਭਾਵ ਛੱਡਦੀ ਹੈ ਕਿ ਸਾਨੂੰ ਇੰਨੀ ਕੁ ਜ਼ਰੂਰਤ ਪੈਗੀ ਕਿ ਅਸੀਂ ਹਾਊਸ ਆਫ ਲੋਰਡਸ ਦੇ ਵਿੱਚ ਜਾ ਕੇ ਆਪਣੇ ਵੱਲੋਂ ਇੰਨਾ ਕੁ ਐਫਰਟ ਲਈਏ? ਇਹ ਸਾਡੇ ਐਫਰਟਸ ਆਉਣ ਵਾਲੇ ਫਿਊਚਰ ਦੇ ਵਿੱਚ ਕੀ ਸਿਕਿਉਰਿਟੀ ਜਨਰੇਟ ਕਰਦੇ ਨੇ? ਅਮਰਪ੍ਰੀਤ ਸਿੰਘ, ਇਹ ਬਹੁਤ ਇੱਕ ਖਾਸ, ਬਹੁਤ ਇੰਪੋਰਟੈਂਟ ਇਸ਼ੂ ਆ ਜੀ। ਜਦੋਂ ਨਾ ਸਰਕਾਰਾਂ ਰਿਪੋਰਟ ਪੇਸ਼ ਕਰਦੀਆਂ, ਉਹ ਰਿਪੋਰਟਾਂ ਜਦੋਂ ਉਹਦੀ ਫਿਰ ਪਾਲਿਸੀ ਬਣਦੀ ਆ, ਠੀਕ ਹੈ, ਪਹਿਲਾਂ ਰਿਪੋਰਟ ਹੁੰਦੀ ਆ, ਫਿਰ ਪਾਲਿਸੀ ਬਣਦੀ ਆ ਜੀ, ਉਹਦੀ ਤੋਂ ਫਿਰ ਗਾਈਡੈਂਸ ਮਿਲਦੀ ਆ। ਫਿਰ ਜਦੋਂ ਉਹ ਗਾਈਡੈਂਸ, ਫਿਰ ਜਿੱਦਾਂ ਵੱਖਰੇ ਵੱਖਰੇ ਅਦਾਰੇ, ਪੁਲਿਸ ਨੂੰ, ਸਕੂਲਸ ਨੂੰ, ਯੂਨੀਵਰਸਿਟੀਜ਼ ਨੂੰ, ਵੱਖਰੇ ਵੱਖਰੇ ਅਦਾਰੇ ਨੂੰ ਉਹ ਫਿਰ ਗਾਈਡੈਂਸ ਪੇਸ਼ ਕਰਦੀ ਆ ਜੀ। ਜੇ ਤੁਸੀਂ ਰਿਪੋਰਟ ਦੇ ਵਿੱਚ ਸਾਬਤ ਕਰਤਾ, ਜਾਂ ਸਾਬਤ ਤਾਂ ਨਹੀਂ ਕੀਤਾ, ਬਸ ਦਾਅਵਾ ਕੀਤਾ ਵੀ ਸਿੱਖ ਇੱਕ ਜਰਮ ਪੇਸ਼ਾ, ਇਹ ਖਤਰਨਾਕ ਲੋਕ ਆ ਜੀ, ਤੇ ਹੌਲੀ 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 ਅਸਰ ਤਾਂ ਸਾਡੇ ਕੱਲੇ ਕੱਲੇ ਪਰਿਵਾਰ ਤੇ ਪਊਗਾ, ਸਾਡੇ ਬੱਚਿਆਂ ਤੇ ਪਊਗਾ। ਸਕੂਲ ਟੀਚਰ ਕਹਿਣਗੇ ਵੀ ਇਹ ਬੱਚੇ ਜਿੱਦਾਂ ਨਾ ਵੀ ਸੱਪਾਂ ਦੇ ਬੱਚੇ ਆ, ਤਾਂ ਬੰਦੇ ਖਤਰਨਾਕ ਆ, ਇਹਨਾਂ ਦੇ ਉਹਨਾਂ ਦੀ ਨਿਗਾਹ ਬਦਲ ਜਾਂਦੀ ਆ। ਤੁਸੀਂ ਸਟੋਰਾਂ ਦੇ ਵਿੱਚ ਜਾਓਗੇ ਤਾਂ ਲੋਕਾਂ ਨੇ ਕਹਿਣਾ ਇਹ ਸਿੱਖ ਆ, ਇਹ ਤਾਂ ਟੈਰਰਿਸਟ ਲੋਕ ਆ। ਜਿਵੇਂ 9/11 ਤੋਂ ਬਾਅਦ ਸਾਡੇ ਤੇ ਲੇਬਲ ਲਾਇਆ ਸੀ ਵੀ ਇਹ ਵੀ ਤਾਲੀਬਾਨੀ ਲੋਕ ਆ, ਠੀਕ ਆ ਜੀ। ਤੁਹਾਨੂੰ ਪਤਾ ਕੀ ਹੋਇਆ ਸੀ ਅਮਰੀਕਾ 'ਚ? ਉੱਥੇ ਸਿੱਖਾਂ ਨੂੰ ਗੋਲੀਆਂ ਦੇ ਨਾਲ ਮਾਰਿਆ ਸੀ, ਇੱਥੇ ਵੀ ਸਿੱਖਾਂ ਨੂੰ ਅਜੇ ਤੱਕ ਸਾਨੂੰ 에ਅਰਪੋਰਟਾਂ ਦੇ ਤੰਗ ਕਰਦੇ ਆ, ਸ਼ੱਕ ਕਰਦੇ ਆ। ਸੋ ਪਰ ਫਿਰ ਵੀ ਚਲੋ ਸਿੱਖਾਂ ਨੇ ਉਹ ਜਿਹੜਾ ਲੇਬਲ ਸਾਡੇ ਤੇ ਲਾਇਆ ਸੀ, ਉਹ ਅਸੀਂ ਇਹਨਾਂ ਨੂੰ ਸਾਬਤ ਕਰਤਾ ਵੀ ਅਸੀਂ ਤਾਲੀਬਾਨ ਨਹੀਂ ਹੈਗੇ ਜੀ। ਪਰ ਫਿਰ ਮੁੜ ਕੇ ਇਹਨਾਂ ਨੇ ਲੇਬਲ ਲਾ ਦੇਣਾ ਸਾਡਾ। ਸੋ ਇਹ ਬਹੁਤ ਇੰਪੋਰਟੈਂਟ ਸੀ ਵੀ ਅਸੀਂ ਇਹਦਾ ਠੋਸ ਜਵਾਬ ਦੇਈਏ। ਔਨ ਦਾ ਰੈਕੋਰਡ ਆ ਜਿਹੜੀ ਅਸੀਂ ਰਿਪੋਰਟ ਪੇਸ਼ ਕੀਤੀ ਆ, ਪ੍ਰੋਪਰਲੀ ਉੱਥੇ ਅਸੀਂ ਪੇਸ਼ ਕੀਤੀ। ਹੁਣ ਸਾਰਾ ਇੰਟਰਨੈਟ, ਹੁਣ ਕੱਲ ਉੱਥੇ ਟਾਈਮਸ ਆਫ ਇੰਡੀਆ ਵਾਲੇ ਰਿਪੋਰਟਰ ਵੀ ਸੀਗੇ, ਉਹਨਾਂ ਨੇ ਵੀ ਹੁਣ ਖਬਰ ਛਾਪ ਦਿੱਤੀ ਆ ਜਿਹੜੀ ਭਾਰਤ ਤੱਕ ਵੀ ਪਹੁੰਚ ਗਈ ਵੀ ਸਿੱਖਾਂ ਨੇ ਇਸ ਰਿਪੋਰਟ ਨੂੰ ਰੱਦ ਕੀਤਾ, ਔਰ ਕਿਸੇ ਜਥੇਬੰਦੀ ਨੇ ਨਹੀਂ ਰੱਦ ਕੀਤਾ। ਇਹ ਬਹੁਤ ਇੰਪੋਰਟੈਂਟ ਆ। ਸਿੱਖਸ ਫॉर ਲਾਅ ਜਿਨ੍ਹਾਂ ਨੇ ਇਹਨੀ ਕਮਿਸ਼ਨ ਸੈੱਟ ਕੀਤਾ, ਉਹ ਕਮਿਸ਼ਨ ਦੇ ਵਿੱਚ ਜਿੰਨੇ ਵੀ ਅਸੀਂ ਕਮਿਸ਼ਨਰ ਸੀਗੇ 5 ਜਾਣੇ, ਅਸੀਂ ਕਿਸੇ ਜਥੇਬੰਦੀ ਦੇ ਨਾਲ ਨਹੀਂ ਲਿੰਕਡ ਜੀ।
ਇਹ ਬਹੁਤ ਇੰਪੋਰਟੈਂਟ ਹੈ ਅਮਰਵੀਰ ਸਿੰਘ। ਅਸੀਂ ਬਿਲਕੁਲ ਇਹਨਾਂ ਨੇ ਕੰਡੀਸ਼ਨ ਲਾਇਆ ਸੀ ਵੀ ਅਸੀਂ ਉਹੀ ਲਾਉਣੇ ਆ ਜਿਹੜੇ ਕਿ ਕਿਸੇ ਜਥੇਬੰਦੀ ਦੇ ਨਾਲ ਨਹੀਂ ਲਿੰਕ, ਉਹ ਆਪਣੇ ਆਪ ਦੇ ਵਿੱਚ ਇੰਡੀਪੈਂਡੈਂਟ ਤੌਰ ਤੇ। ਜੀ ਸੋ ਇਹ ਰਿਪੋਰਟ ਕਿਸੇ ਜਥੇਬੰਦੀ ਦੀ ਰਿਪੋਰਟ ਨਹੀਂ ਹੈਗੀ, ਇਹ ਰਿਪੋਰਟ ਇੰਡੀਪੈਂਡੈਂਟ ਰਿਵਿਊਆਂ ਦੀ ਰਿਪੋਰਟ ਆ। ਹੁਣ ਸਿੱਖ ਕੌਮ ਨੇ ਇਸ ਰਿਪੋਰਟ ਨੂੰ ਜਿਹੜਾ ਕੱਲ ਦੱਸਿਆ ਵੀ ਗਿਆ ਸੀਗਾ, ਹੁਣ ਜਿੱਦਾਂ ਪ੍ਰੀਤ ਗਿੱਲ MP ਜਾਂ ਹੋਰ ਵੀ ਧਨਮਨਜੀਤ ਸਿੰਘ ਢੇਸੀ ਜਾਂ ਹੋਰ ਸਾਡੇ ਸਿੱਖ ਕਾਉਂਸਲ UK, ਹੋਰ ਵੀ ਜਿਹੜੀਆਂ ਸਾਡੀ ਸਿੱਖ ਜਥੇਬੰਦੀਆਂ, ਅਸੀਂ ਉਹਨਾਂ ਨੂੰ ਇੱਕ ਕਿਸਮ ਦਾ ਕਹਿ ਸਕਦੇ ਵੀ ਅਸੀਂ ਇੱਕ ਹਥਿਆਰ ਦੇ ਦਿੱਤਾ, ਆਮਿਨੇਸ਼ਨ ਦਿੱਤੀ ਆ ਵੀ ਤੁਸੀਂ ਜਾ ਕੇ ਉਹਨਾਂ ਸਰਕਾਰ ਨੂੰ ਕਹੋ ਵੀ ਇਸ ਰਿਪੋਰਟ ਨੂੰ ਤੁਸੀਂ ਰੱਦ ਕਰੋ, ਵਿਦਡਰਾ ਕਰੋ, ਤੇ ਜੇ ਨਾ ਤੁਸੀਂ ਵਿਦਡਰਾ ਕਰੋ ਤਾਂ ਫਿਰ ਸਿੱਖ ਕੌਮ ਕਾਨੂੰਨੀ ਕਾਰਵਾਈ ਕਰੂਗੀ। ਜੀ ਇੱਥੇ ਇੱਕ ਸਵਾਲ ਹੈਗਾ, ਕੀ ਕੋਲਨ ਬਲੂਮ ਦੀ ਇਸ ਇੰਡੀਪੈਂਡੈਂਟ ਰਿਪੋਰਟ ਨੂੰ, ਉਹਨਾਂ ਦੀ ਇਸ ਇੰਡੀਪੈਂਡੈਂਟ ਰਿਸਰਚ ਨੂੰ ਸਰਕਾਰੀ ਠੱਪਾ ਲੱਗ ਚੁੱਕਾ ਸੀ? ਨਹੀਂ, ਲੱਗ ਜਾਣਾ ਸੀਗਾ, ਲੱਗ ਜਾਣਾ ਸੀ। ਠੀਕ, ਜੇ ਅਸੀਂ ਚੁੱਪ ਰਹਿੰਦੇ ਫਿਰ ਤਾਂ ਲੱਗ ਜਾਣਾ ਸੀਗਾ। ਠੀਕ, ਪਰ ਹੋ ਸਕਦਾ ਸਾਡੀਆਂ ਅਣਗਹਿਲੀਆਂ ਕਰਕੇ ਵੀ, ਕਿਉਂਕਿ ਬੀਤੇ ਸਮੇਂ ਦੇ ਵਿੱਚ ਜਦੋਂ ਸਿੱਖਾਂ ਦੇ ਨਾਲ ਇਦਾਂ ਦੀ ਕੋਈ ਚੀਜ਼ ਹੁੰਦੀ ਤਾਂ ਅਸੀਂ ਕੀ ਕਰਦੇ ਹਾਂ ਜੀ, ਜਲੂਸ ਕੱਢਦੇ ਹਾਂ ਜੀ। ਅਸੀਂ ਕਿਹਾ ਕੋਈ ਜਲੂਸਾਂ ਦੀ ਲੋੜ ਨਹੀਂ ਹੈਗੀ, ਜਲੂਸ ਅਸੀਂ ਇਹਨਾਂ ਦਾ ਕਢਾਉਂਗੇ। ਔਰ ਅਸੀਂ, ਜਿੱਦਾਂ ਮੈਂ ਪਹਿਲਾਂ ਵੀ ਗੱਲ ਕੀਤੀ ਸੀ, ਸਿੱਖਾਂ ਦੇ ਵਿੱਚ ਬਹੁਤ ਪੜ੍ਹੇ ਲਿਖੇ ਲੋਕ ਆ, ਅਸੀਂ ਪੜ੍ਹੀ ਲਿਖੀ ਕੌਮ ਆ, ਪਰ ਅਫਸੋਸ ਦੀ ਗੱਲ ਇਹ ਆ ਵੀ ਕਈ ਵਾਰੀ ਸਾਡੇ ਜਥੇਬੰਦੀਆਂ ਜਾਂ ਜਿਹੜਾ ਅਸੀਂ ਐਕਸ਼ਨ ਲੈਂਦੇ ਆ ਜੀ, ਉਸ ਐਕਸ਼ਨ ਦੇ ਵਿੱਚ ਜਿਹੜੇ ਪ੍ਰੋਫੈਸ਼ਨਲ ਪੜ੍ਹੇ ਲਿਖੇ ਲੋਕ ਕਹਿੰਦੇ ਅਸੀਂ ਨਹੀਂ ਇਹਦੇ ਵਿੱਚ ਆਉਣਾ ਚਾਹੁੰਦੇ। ਉਹੀ ਇਸ ਚੀਜ਼ ਦੀ ਕਮੀ ਨਜ਼ਰ ਆਈ ਗੁਰਨਾਮ ਸਿੰਘ ਜੀ। ਹੁਣ ਦੇਖ ਲਈਏ 26 ਅਪ੍ਰੈਲ ਦੀ ਕੋਲਨ ਬਲੂਮ ਦੀ ਆਈ ਰਿਪੋਰਟ, ਉਸ ਤੋਂ ਬਾਅਦ ਦਾ ਬਣਿਆ ਵਿਵਾਦ। ਮੀਡੀਆ ਦੇ ਵਿੱਚ ਗੱਲ ਸਿਰਫ ਉਨੀ ਕੁ ਹੁੰਦੀ ਰਹੀ ਜਿੰਨੇ ਕੁ ਜਾਗਰਕਾਂ ਨੇ ਆ ਕੇ ਆਪਣਾ ਪੱਖ ਰੱਖਤਾ। ਅਸੀਂ ਕੀ ਜੇਕਰ ਦੇਖੀਏ ਕਿ ਅਸੀਂ ਆਪਣੇ ਪੱਧਰ ਦੇ ਉੱਤੇ ਕੋਈ ਸੀਰੀਜ਼ ਸ਼ੁਰੂ ਕੀਤੀ, ਕੱਲੇ ਉਸ ਰਿਪੋਰਟ ਦੇ ਵਿੱਚ 13 ਪੇਜਾਂ ਦੇ ਉੱਤੇ ਸਿੱਖਾਂ ਬਾਬਤ ਕੀ ਕੁਝ ਲਿਖਿਆ ਗਿਆ। ਹਾਂ, ਅਸੀਂ ਮੰਨਦੇ ਜ਼ਰੂਰ ਹਾਂ ਕਾਉਂਸਲ ਆਫ ਸਿੱਖ ਲਾਜ਼ ਦੇ ਵੱਲੋਂ ਜੋ ਹੁਣ ਇਹ ਕਦਮ ਚੁੱਕਿਆ ਗਿਆ, ਇਹ ਇੱਕ ਤਰੀਕੇ ਦੇ ਨਾਲ ਸਿੱਖਾਂ ਦੀ ਢਾਲ ਜ਼ਰੂਰ ਬਣੇਗਾ, ਸਿੱਖਾਂ ਪ੍ਰਤੀ ਖੜੇ ਕੀਤੇ ਜਾ ਰਹੇ ਪ੍ਰੋਪੇਗੈਂਡਾ ਨੂੰ ਜ਼ਰੂਰ ਮੂੰਹ ਤੋੜਵਾਂ ਜਵਾਬ ਦੇਗਾ। ਲੇਕਿਨ ਤੁਹਾਨੂੰ ਜਾਪਦਾ, ਕਿਉਂਕਿ ਤੁਸੀਂ ਮੀਡੀਆ ਦੇ ਵਿੱਚ ਵੀ ਲੰਬੇ ਸਿਰ ਤੋਂ ਹੋ, ਤੁਹਾਡਾ ਐਕਸਪੀਰੀਅੰਸ ਕੀ ਕਹਿੰਦਾ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਇਹੋ ਜਿਹੇ ਪ੍ਰੋਪੇਗੈਂਡਾ ਦੇ ਖਿਲਾਫ ਸਿੱਖਸ ਐਂਡ ਲਾਜ਼ ਦੇ ਵੱਲੋਂ ਕੀਤਾ ਗਿਆ ਇਹ ਐਕਸ਼ਨ ਕੀ ਆਉਣ ਵਾਲੇ ਫਿਊਚਰ ਦੇ ਵਿੱਚ ਸਿੱਖਾਂ ਦਾ ਪੱਖ ਕਿਸ ਤਰੀਕੇ ਦੇ ਨਾਲ ਰੱਖਦਾ, ਪੂਰਦਾ ਹੋਇਆ ਨਜ਼ਰ ਆ ਰਿਹਾ? ਇੱਕ ਮਹਾਰਾਜ ਬਾਣੀ ਦਾ ਲਾਈਨ ਆਉਂਦੀ ਹੈ, ਜੱਬੇ ਬਾਣ ਲੱਗ ਗਿਓ ਤੱਬੇ ਰੋਸ ਜਾਗਿਓ ਜੀ। ਇਹ ਸਾਡੀ ਸਿੱਖ ਕੌਮ ਦੀ ਇੱਕ ਹਿਸਟਰੀ ਹੈਗੀ, ਇਹ ਸਾਡੀ ਚੜ੍ਹਦੀ ਕਲਾ ਦੀ ਨਿਸ਼ਾਨੀ ਵੀ, ਪਰ ਟ੍ਰੈਜੇਡੀ ਵੀ ਹੈਗੀ ਆ ਵੀ ਅਸੀਂ ਮਾਰ ਖਾਂਦੇ, ਕੁੱਟ ਖਾਂਦੇ ਆ, ਸੁੱਤੇ ਪਏ ਹੁੰਦੇ ਆ, ਤਾਂ ਜਦੋਂ ਸਾਨੂੰ ਪਤਾ ਲੱਗ ਗਿਆ ਵੀ ਯਾਰ ਹੁਣ ਕੋਈ ਰਸਤਾ ਨਹੀਂ, ਫੇਰ ਅਸੀਂ ਜਾਗਦੇ ਆ। ਸਾਨੂੰ ਜਾਗਰੂਕ ਹੋਣਾ ਪਊਗਾ, ਕਿਉਂਕਿ ਉੱਥੇ ਹਾਊਸ ਆਫ ਲਾਰਡ ਦੇ ਵਿੱਚ ਕਿਹਾ ਗਿਆ ਵੀ ਸੀ, ਹਰਜਾਪ ਸਿੰਘ ਬੰਗਲ ਨੇ ਕਿਹਾ ਸੀ, ਕਹਿੰਦੇ ਵੀ ਅੱਜ ਦਾ ਯੁੱਗ ਜਿਹੜਾ ਇਹ ਦਿਮਾਗ ਦਾ ਯੁੱਗ ਆ। ਤੁਹਾਨੂੰ ਆਪ ਪਤਾ, ਤੁਸੀਂ ਮੀਡੀਆ 'ਚ ਕੰਮ ਕਰਦੇ ਆ, ਇੱਥੇ ਜਲੂਸ ਜਿੰਨੇ ਮਰਜ਼ੀ ਕੱਢ ਲਓ, ਪ੍ਰੋਟੈਸਟ ਜਿੰਨੇ ਮਰਜ਼ੀ ਕਰ ਲਓ, ਪਰ ਜਿੰਨੀ ਦੇਰ ਤੱਕ ਤੁਸੀਂ ਦਲੀਲ ਦੇ ਨਾਲ, ਕਾਨੂੰਨੀ ਤਰੀਕੇ ਦੇ ਨਾਲ ਤੁਸੀਂ ਆਪਣਾ ਪੱਖ ਨਹੀਂ ਪੇਸ਼ ਕਰਦੇ, ਇੱਥੇ ਕੋਈ ਸਰਕਾਰ ਨਹੀਂ ਤੁਹਾਡੀ ਪਰਵਾਹ ਕਰਦੀ ਜੀ। ਔਰ ਅਸੀਂ ਅੱਜ ਸਾਬਤ ਕਰਤਾ ਵੀ ਸਿੱਖ ਜਿੱਥੇ ਤੁਸੀਂ ਕਹਿ ਸਕਦੇ ਆ ਸਰੀਰਕ ਲੜਾਈ ਵੀ ਲੜ ਸਕਦੇ, ਕਸ਼ਟ ਵੀ ਸਹਾ ਸਕਦੇ, ਅਸੀਂ ਦਿਮਾਗ ਦੇ ਨਾਲ ਵੀ ਲੜ ਸਕਦੇ ਹਾਂ। ਤੇ ਇਹਦੇ ਲਈ ਇੱਕ ਇਤਿਹਾਸਕ ਇਹ ਆਪਾਂ ਐਕਸ਼ਨ ਕੀਤਾ ਸਿੱਖ ਕੌਮ ਲਈ ਜੀ। ਇੱਕ ਲਕੀਰ ਖਿੱਚਤੀ ਵੀ ਅੱਜ ਤੋਂ ਜੀ ਜੇ ਤੁਹਾਨੂੰ ਕੋਈ ਹੱਥ ਪਾਊਗਾ ਇਸ ਤਰੀਕੇ ਦੇ ਨਾਲ, ਠੀਕ ਹੈ ਜੀ, ਕੋਈ ਫਿਜ਼ੀਕਲੀ ਹੱਥ ਪਾਉਂਦਾ ਤਾਂ ਉਹਦਾ ਗੁਰੂ ਸਾਹਿਬ ਨੇ ਤਾਂ ਕਿਹਾ ਵੀ ਤੁਸੀਂ ਆਪਣਾ ਬਚਾਅ ਕਰਨਾ। ਹਾਂਜੀ, ਚੌਕਾਰ ਅਜ਼ ਹਮੇ ਹੀਲ ਤੇ ਦਰਗ ਜਸਤਨ ਜੀ, ਹਲਾਲ ਬਖਸ਼ਣ ਬਾਦ ਸ਼ਮਸ਼ੀਰ ਦਸ। ਪਰ ਅਸੀਂ ਦਿਮਾਗ ਦੇ ਨਾਲ ਜਿੱਤ ਸਕਦੇ ਹਾਂ, ਤਾਂ ਮੈਂ ਕਹਿੰਦਾ ਅਸੀਂ ਜਿੱਤ ਗਏ ਹਾਂ ਜੀ, ਕਿਉਂਕਿ ਸਾਨੂੰ ਜੋ ਖਬਰ ਮਿਲੀ ਆ, ਬਲੂਮ ਨੂੰ ਨੀਂਦ ਨਹੀਂ ਆਈ ਕੱਲ ਰਾਤ, ਔਰ ਉਹਨਾਂ ਇੱਕ ਪਾਸੇ ਬਲੂਮ ਨੇ ਸਾਨੂੰ ਬਿਲਕੁਲ ਇਗਨੋਰ ਕੀਤਾ। ਕੱਲ ਰਾਤੀ ਇਹਨਾਂ ਨੇ ਈਮੇਲ ਭੇਜ ਕੇ ਪਰਸੋਂ ਜੀ ਵੀ ਤੁਸੀਂ ਮੈਨੂੰ ਰਿਪੋਰਟ ਕਿਉਂ ਨਹੀਂ ਭੇਜੀ, ਤੁਸੀਂ ਹਾਊਸ ਲਾਰਡ ਦੇ ਵਿੱਚ ਕਿਉਂ ਪਹਿਲਾਂ ਪੇਸ਼ ਕੀਤੀ। ਠੀਕ, ਸੋ ਇਹ ਸਾਨੂੰ ਪਤਾ ਬਈ ਉਹਨੂੰ ਪਹਿਲਾਂ ਹੀ ਮੈਸੇਜ ਮਿਲ ਗਿਆ ਸੀ ਵੀ ਤੇਰਾ ਜਿਹੜਾ ਦਾਵਾ ਆ ਉਹ ਸਿੱਖਾਂ ਨੇ ਹੁਣ ਉਹਦਾ ਮੂੰਹ ਤੋੜਨਾ ਜਵਾਬ ਦੇਣ ਨੂੰ ਤਿਆਰ ਨੇ ਜੀ। ਹੁਣ ਕੀ ਹੋਊਗਾ ਇਹ ਤਾਂ ਹੁਣ ਉਹ ਜਾਣਦਾ, ਜਾਂ ਸਾਡੀਆਂ ਸਿੱਖ ਜਥੇਬੰਦੀਆਂ ਜੋ ਉਹ, ਕਿਉਂਕਿ ਸਾਡਾ ਰੋਲ ਤਾਂ ਹੈਗਾ ਅਸੀਂ ਖੋਜ ਕਰਨੀ ਆ ਜੀ, ਰੋਲ ਤਾਂ ਉਹਨਾਂ ਦਾ ਹੁਣ। ਪਰ ਇਹ ਆ ਇੱਕ ਮੈਂ ਸਿੱਖਾਂ ਨੂੰ ਇੱਕ ਮੈਸੇਜ ਅਸੀਂ ਉੱਥੇ ਪਾਰਲੀਮੈਂਟ ਦੇ ਵਿੱਚ ਵੀ ਦਿੱਤਾ ਸੀਗਾ ਜੀ। ਬਲੂਮ ਨੇ ਜ਼ਿਕਰ ਕੀਤਾ ਸੀ ਵੀ ਗੁਰਦੁਆਰਿਆਂ ਦੇ ਵਿੱਚ ਲੜਾਈਆਂ ਹੁੰਦੀਆਂ,
ਆਨੰਦ ਕਾਰਜ ਰੋਕੇ ਗਏ, ਵਾਇਲੈਂਸ ਕੀਤੀ ਗਈ, ਤੇ ਉਹਦੇ ਲਈ ਲਾਰਡ ਇੰਦਰਜੀਤ ਸਿੰਘ ਵੀ ਆਏ ਸੀਗੇ ਉਸ ਹੀਅਰਿੰਗ ਦੇ ਵਿੱਚ ਕੱਲ। ਓਕੇ। ਉਹਨਾਂ ਨੇ ਆਪਣੇ ਭਾਸ਼ਣ ਦੇ ਵਿੱਚ ਇਹ ਗੱਲਾਂ ਤੇ ਜ਼ੋਰ ਪਾਇਆ ਸੀ ਵੀ ਤੁਸੀਂ ਕਹਿ ਸਕਦੇ ਵੀ ਉਹਨਾਂ ਨੇ ਸ਼ਾਇਦ ਸਾਡੇ ਤੇ ਵੀ ਰਿਜੈਕਸ਼ਨ ਕੀਤਾ ਵੀ ਤੁਸੀਂ ਕਿੱਦਾਂ ਕਹਿ ਸਕਦੇ ਵੀ ਬਲੂਮ ਨੇ ਕੋਈ ਖਾਸ ਗੱਲ ਨਹੀਂ ਕੀਤੀ, ਸਾਡੇ 'ਚ ਹੈ ਰੌਲਾ ਰੱਪਾ ਹਾਂਜੀ ਕਮਿਊਨਿਟੀ 'ਚ। ਤੇ ਉਹਦਾ ਮੈਂ ਜਵਾਬ ਪਾਰਲੀਮੈਂਟ ਦੇ ਵਿੱਚ ਵੀ ਦਿੱਤਾ ਸੀ, ਅਸੀਂ ਰਿਪੋਰਟ ਦੇ ਵਿੱਚ ਵੀ ਦਿੱਤਾ ਵੀ ਹਰੇਕ ਕਮਿਊਨਿਟੀ ਦੇ ਵਿੱਚ ਏਦਾਂ ਦੇ ਆਨਸਰ ਹੈਗੇ ਆ। ਹਰੇਕ ਕਮਿਊਨਿਟੀ ਦੇ ਵਿੱਚ ਕ੍ਰਿਮੀਨਲ ਬਿਹੇਵੀਅਰ ਹੈਗਾ, ਗੁੰਡਾਗਰਦੀ ਹੈਗੀ ਆ ਜੀ, ਸਿੱਖਾਂ ਦੇ ਵਿੱਚ ਵੀ ਹੈਗੀ ਆ। ਤੇ ਪਰ ਤੁਸੀਂ ਕਿਸੇ ਗੁੰਡਾਗਰਦੀ ਨੂੰ ਇੱਕ ਟੈਰਰਿਜ਼ਮ ਜਾਂ ਐਕਸਟ੍ਰੀਮਿਜ਼ਮ ਦਾ ਲੇਬਲ ਲਾਉਣਾ, ਇਹ ਬਹੁਤ ਇੱਕ ਮੰਦਭਾਗੀ ਗੱਲ ਆ ਜੀ। ਹੁਣ ਤੁਸੀਂ ਕਿਸੇ ਸ਼ਹਿਰ ਦੇ ਵਿੱਚ ਚਲ ਜਾਓ, ਇੱਥੇ ਪੱਬਾਂ ਦੇ ਬਾਹਰ ਲੜਾਈਆਂ ਹੁੰਦੀਆਂ, ਹੁਣ ਸਕੂਲਾਂ ਦੇ ਵਿੱਚ ਬੱਚਿਆਂ ਦੀਆਂ ਲੜਾਈਆਂ ਹੁੰਦੀਆਂ, ਅਸੀਂ ਟੈਰਰਿਜ਼ਮ ਥੋੜ੍ਹਾ ਕਹਿੰਦੇ ਆ। ਜੇ ਗੁਰਦੁਆਰਿਆਂ ਦੇ ਵਿੱਚ ਵੀ ਪੱਗਾਂ ਲਿਖਦੀਆਂ, ਅਸੀਂ ਟੈਰਰਿਜ਼ਮ ਨਹੀਂ ਕਹਿੰਦੇ। ਬਹੁਤਾ ਤਾਂ ਸਿੱਖ ਹੀ ਆਪਸ ਵਿੱਚ ਹੀ ਝੜ ਪੈਂਦੇ ਆ ਜੀ। ਪਰ ਸਾਨੂੰ ਇੱਕ ਸਿੱਖਣਾ ਪਊਗਾ, ਜੇ ਮੀਡੀਆ ਦਾ ਯੁੱਗ ਆ, ਸੋਸ਼ਲ ਮੀਡੀਆ, YouTube ਦਾ ਯੁੱਗ ਆ, ਜਦੋਂ ਅਸੀਂ ਇਦਾਂ ਦੇ ਕੰਮ ਕਰਦੇ ਤਾਂ ਸਾਡੀ ਇੱਕ ਤਾਂ ਸਿੱਖਾਂ ਦੀ ਬੇਇੱਜ਼ਤੀ ਹੁੰਦੀ ਆ, ਬਿਲਕੁਲ। ਇੱਕ ਦੂਜੀ ਜਿਹੜੀਆਂ ਸਰਕਾਰਾਂ ਆ, ਖਾਸ ਕਰਕੇ ਸਾਡੇ ਦੁਸ਼ਮਣ, ਉਹ ਇਹ ਫੁਟੇਜ ਲੈ ਕੇ ਤੁਹਾਡੇ ਤੇ ਵਰਤਦੇ ਆ ਵੀ ਆਹ ਦੇਖੋ ਦੀ ਤੁਸੀਂ ਅੱਤਵਾਦੀ, ਤੁਸੀਂ ਜੁਰਮ ਪੇਸ਼ ਆਇਆ ਜੀ ਜੀ। ਸੋ ਇਹ ਸਾਨੂੰ ਵੀ ਸਬਕ ਸਿੱਖਣਾ ਪਊਗਾ ਵੀ ਜਿਹੜੀ ਸਾਡੇ ਧਰਮ ਦੇ ਵਿੱਚ ਤਾਂ ਨਹੀਂ ਹੈ, ਪਰ ਸਾਡੀ ਕਮਿਊਨਿਟੀ ਦੇ ਵਿੱਚ ਜਿਹੜਾ ਗੁੰਡਾਗਰਦੀ ਆ, ਕਦੇ ਸਿੱਖ ਸੰਸਥਾਵਾਂ, ਸਿੱਖ ਜਥੇਬੰਦੀਆਂ ਤਾਂ ਨਹੀਂ ਸ਼ਹਿ ਦਿੰਦੀ ਉਹਨਾਂ ਨੂੰ, ਇਹ ਸਾਨੂੰ ਸੋਚਣਾ ਪਊਗਾ ਜੀ। ਡਾਕਟਰ ਸਾਹਿਬ, ਮੇਰਾ ਅਖੀਰਲਾ ਸਵਾਲ, ਅਗਲੇ ਸਾਲ ਚੋਣਾਂ ਹੋਣ ਜਾ ਰਹੀਆਂ ਨੇ ਯੂਕੇ ਦੇ ਵਿੱਚ, ਜਨਰਲ ਅਸੈਂਬਲੀ ਦੀਆਂ ਇਲੈਕਸ਼ਨਸ ਨੂੰ ਕਿਸ ਤਰੀਕੇ ਦੇ ਨਾਲ ਇਹ ਚੀਜ਼ ਇੰਪੈਕਟ ਕਰ ਸਕਦੀ ਹੈ? ਜੇਕਰ ਅਸੀਂ ਇਹ ਸਵਾਲ ਨਾ ਖੜੇ ਕਰਦੇ ਜਾਂ ਅਸੀਂ ਇਸ ਦਾ ਜਵਾਬ ਨਾ ਦਿੰਦੇ, ਤੇ ਹੁਣ ਜੇਕਰ ਜਵਾਬ ਅਸੀਂ ਦੇ ਦਿੱਤਾ ਤਾਂ ਕਿਵੇਂ, ਕੀ ਸਿੱਖਾਂ ਦੀ ਰਿਪਰੈਜ਼ੈਂਟੇਸ਼ਨ ਜਾਂ ਸਿੱਖਾਂ ਦੇ ਵੋਟ ਬੈਂਕ ਨੂੰ ਪ੍ਰਭਾਵਿਤ ਕਰਨ ਦੇ ਪ੍ਰੋਪੇਗੈਂਡਾ ਦੇ ਨਾਲ ਵੀ ਇਹ ਸਭ ਕੁਝ ਹੋ ਸਕਦਾ ਹੈ, ਹੱਥਕੰਡਾ ਅਪਣਾਇਆ ਗਿਆ ਹੋਵੇ? ਦੇਖੋ ਜੀ, ਮੈਂ ਇਹਦਾ ਜਵਾਬ ਮੈਂ ਅਸੀਂ ਆਪਣੇ ਵੱਲੋਂ ਕਹੂੰਗਾ, ਮੈਂ ਕਮੇਟੀ ਜੋ ਉਹਦੇ ਵਿੱਚ ਸੀ ਉਹਦੇ ਰੋਲ ਦੇ ਨਾਲ ਇਹ ਕੋਈ ਵਿਚਾਰ ਹੈ ਨਹੀਂ, ਪਰ ਮੇਰਾ ਪਰਸਨਲ ਵਿਚਾਰ ਹੈਗਾ ਜੀ ਵੀ ਇਹ ਜਦੋਂ ਬ੍ਰੈਗਜ਼ਿਟ ਹੋਇਆ ਸੀਗਾ, ਉਦੋਂ ਬੋਰਿਸ ਜੌਨਸਨ, ਤੁਹਾਨੂੰ ਪਤਾ, ਉਹਨਾਂ ਨੇ ਬ੍ਰੈਗਜ਼ਿਟ ਕਰਾ ਕੇ ਤਾਂ ਫਿਰ ਜਿੱਤ ਗਿਆ ਸੀ ਪਿਛਲੇ ਇਲੈਕਸ਼ਨ ਦੇ ਵਿੱਚ ਚੰਗੀ ਤਰ੍ਹਾਂ ਜੀ। ਸੋ ਉਦੋਂ ਇਹਨਾਂ ਨੇ ਦਾਅਵਾ ਕੀਤਾ ਸੀ ਵੀ ਅਸੀਂ ਹੁਣ ਟ੍ਰੇਡ ਐਗਰੀਮੈਂਟਸ ਕਰੂਗੇ ਹੋਰ ਦੇਸ਼ਾਂ ਦੇ ਨਾਲ, ਖਾਸ ਕਰਕੇ ਇੰਡੀਆ ਦੇ ਨਾਲ ਇਹਨਾਂ ਦਾ ਸੀ ਵੀ ਅਸੀਂ ਇੰਡੀਆ ਦੇ ਨਾਲ ਬਹੁਤ ਬੜਾ ਟ੍ਰੇਡ ਐਗਰੀਮੈਂਟ ਕਰੂਗੇ ਜੀ। ਪੋਲੀਟਿਕਲੀ ਉਹ ਮੋਦੀ ਨੇ ਫਿਰ ਕਿਹਾ ਵੀ ਜੇ ਤੁਸੀਂ ਟ੍ਰੇਡ ਐਗਰੀਮੈਂਟਾਂ ਕਰਨੀਆਂ ਤਾਂ ਇੱਥੇ ਜਿਹੜੇ ਬਾਹਰਲੇ ਦੇਸ਼ਾਂ ਦੇ ਵਿੱਚ, ਤੁਹਾਡੇ ਦੇਸ਼ ਦੇ ਵਿੱਚ ਸਿੱਖ ਆਜ਼ਾਦੀ ਲਈ ਕੈਂਪੇਨ ਕਰਦੇ, ਉਹਨਾਂ ਨੂੰ ਚੁੱਪ ਕਰਾਵੋ, ਬੰਦ ਕਰਾਵੋ, ਠੀਕ ਹੈ। ਸੋ ਜਿੱਥੇ ਤੱਕ ਮੈਨੂੰ ਪਤਾ ਵੀ ਇਹਨਾਂ ਨੇ ਕੋਈ ਨਾ ਕੋਈ ਉਹਨਾਂ ਨੂੰ ਪ੍ਰੋਮਿਸ ਕੀਤੀ ਵੀ ਅਸੀਂ ਇਹਨਾਂ ਨੂੰ ਬੰਦ ਕਰਾਉਂਗੇ, ਟ੍ਰੇਡ ਡੀਲ ਸਾਡੇ ਨਾਲ ਕਰੋ। ਹੁਣ ਤੁਸੀਂ ਦੇਖਿਆ ਪਿਛਲੇ ਹਫ਼ਤਿਆਂ ਦੇ ਵਿੱਚ ਮੋਦੀ ਅਮਰੀਕਾ ਵੀ ਗਿਆ, ਉੱਥੇ ਵੀ ਮੋਦੀ ਨੂੰ ਬੜਾ ਪਾਰਲੀਮੈਂਟ, ਉੱਥੇ ਦੀ ਪਾਰਲੀਮੈਂਟ ਦੇ ਵਿੱਚ ਸਵਾਗਤ ਕੀਤਾ, ਫਰਾਂਸ ਦੇ ਵਿੱਚ ਬੜਾ ਉਹਨੂੰ ਸਵਾਗਤ ਕੀਤਾ, ਬੜੇ ਰੈਲੀਆਂ ਦੇ ਵਿੱਚ ਮੋਦੀ ਨੂੰ, ਕਿਉਂਕਿ ਵੈਸਟਰਨ ਕੰਟਰੀਆਂ ਉਹ ਦੇਖਦੀਆਂ ਸਾਨੂੰ ਟ੍ਰੇਡ ਕਿੱਥੋਂ ਮਿਲੇ। ਇੰਡੀਆ ਬਹੁਤ ਵੱਡੀ ਇਕਨੋਮੀ ਆ, ਡਿਵੈਲਪਿੰਗ ਇਕਨੋਮੀ ਆ, ਸੋ ਇਹਨਾਂ ਨੇ ਵੀ ਇਹੀ ਸੀ ਇਹਨਾਂ ਦੀ ਅਗਰੀਮੈਂਟ। ਪਰ ਹੁਣ ਦੇਖੋ ਇਲੈਕਸ਼ਨ, ਹੁਣ ਤਾਂ ਜਿਹੜਾ ਆਪਣਾ ਪ੍ਰਾਈਮ ਮਿਨਿਸਟਰ ਜਿਹੜਾ ਪਹਿਲਾਂ ਸੀਗਾ, ਉਹ ਵੀ ਹੁਣ ਹੈ ਨਹੀਂ ਆਪਣੇ, ਤਾਂ ਹੁਣ ਨਵੀਂ ਪਾਰਟੀ ਸ਼ਾਇਦ ਲੇਬਰ ਆਊਗੀ, ਪਰ ਸਾਨੂੰ ਨਹੀਂ ਪਤਾ, ਕਿਉਂਕਿ ਕੰਜ਼ਰਵੇਟਿਵ ਪਾਰਟੀ ਦੇ ਵਿੱਚ ਤੁਹਾਨੂੰ ਪਤਾ ਪ੍ਰੀਤੀ ਪਟੇਲ ਤੇ ਵੀ ਕੁਝ ਦੋਸ਼ ਲਾਏ ਗਏ ਸੀ ਵੀ ਇਹ ਵੀ ਮੋਦੀ ਦਾ ਪੱਖ ਪੂਰਦੀ ਆ ਜੀ, ਤੇ ਆਪਣੇ ਰਿਸ਼ੀ ਸੁਨਕ ਤਾਂ ਹੈ ਹੀ ਪ੍ਰਾਈਮ ਮਿਨਿਸਟਰ ਆਪਣੇ ਇਸ ਕੰਟਰੀ ਦਾ, ਠੀਕ ਹੈ ਜੀ। ਸੋ ਜੇ ਹੁਣ ਲੇਬਰ ਆ ਗਈ, ਹੋ ਸਕਦਾ ਲੇਬਰ ਕੁਝ ਇੰਡੀਪੈਂਡੈਂਟ ਹੋਵੇ, ਕਿਉਂਕਿ ਲੇਬਰ ਦੇ ਵਿੱਚ ਬ੍ਰੈਗਜ਼ਿਟ ਦੇ ਹੱਕ ਦੇ ਵਿੱਚ ਵੀ ਸੀਗੇ, ਖਿਲਾਫ ਵੀ ਬਹੁਤ ਸੀਗੇ ਜੀ, ਠੀਕ ਹੈ। ਸੋ ਇਹ ਪੋਲਿਟਿਕਸ ਤਾਂ ਚੇਂਜ ਹੋ ਜਾਂਦੇ ਅਮਰਪ੍ਰੀਤ ਸਿੰਘ ਜੀ, ਪਰ ਸਾਨੂੰ ਕਿਸੇ ਵੀ ਪੋਲੀਟੀਸ਼ੀਅਨਾਂ ਤੇ ਇਤਬਾਰ ਨਹੀਂ ਕਰਨਾ ਚਾਹੀਦਾ, ਕਰਕੇ ਉਹਨਾਂ ਦਾ ਜਿੱਥੇ, ਚਲੋ ਤੁਹਾਨੂੰ ਤਾਂ ਕਹੋਗੇ ਵੀ ਹਾਂ ਤੁਸੀਂ ਚੰਗੀ ਕੌਮ ਆ, ਪਰ ਉਹਨਾਂ ਨੂੰ ਦੂਜੀ ਜਿਹੜੀ ਅੱਖ ਹੁੰਦੀ ਆ ਉਹ ਇੰਟਰਨੈਸ਼ਨਲ ਉਹਨਾਂ ਦੇ ਆਪਣੇ ਰਿਲੇਸ਼ਨਸ ਤੇ ਹੁੰਦੀ, ਤਾਂ ਉਹ ਸੈਕਰੀਫਾਈਸ ਨਹੀਂ ਕਰਨਾ ਚਾਹੁੰਦੇ। ਹਾਂਜੀ ਜੀ। ਸੋ ਪਰ ਇਹ ਮੈਨੂੰ ਆਸ ਵੀ ਸਾਡੇ ਸਿੱਖ ਐਮਪੀਜ਼ 2 ਹੈਗੇ ਆ, ਸਾਡੇ ਲੋਰਡ ਵੀ ਹੈਗੇ ਆ, ਤਾਂ ਹੋ ਸਕਦਾ ਅਗਲੇ ਇਲੈਕਸ਼ਨ ਦੇ ਵਿੱਚ 4-5 ਹੋਰ ਸਿੱਖ ਵਾਧੂ ਹੋਰ ਵੀ ਐਮਪੀ ਹੋ ਜਾਣ ਜੀ। ਪਰ ਗੱਲ ਤਾਂ ਹੈਗਾ ਅਮਰਪ੍ਰੀਤ ਸਿੰਘ, ਇਹ ਨਹੀਂ ਵੀ ਉੱਥੇ ਕੌਣ ਆ, ਗੱਲ ਹੈਗਾ ਅਸੀਂ ਕਿੱਦਾਂ ਐਕਸ਼ਨ ਕਰਨਾ, ਅਸੀਂ ਆਪਣੀ એનર્ਜੀ ਕਿੱਥੇ ਲਾਉਣੀ, ਕਿ ਇੱਕ ਦੂਜੇ ਨੂੰ ਭੰਡੀ ਪ੍ਰਚਾਰ ਤੇ ਲਾਉਣੀ ਆ, ਅਸੀਂ
ਗੁਰਦੁਆਰਿਆਂ ਦੇ ਵਿੱਚ ਕਮੇਟੀਆਂ ਇਲੈਕਸ਼ਨਾਂ ਤੇ એનર્ਜੀ ਲਾਉਣੀ ਆ, ਜੀ ਜਾਂ ਅਸੀਂ ਇਕੱਠੇ ਤਾਂ ਚਲੋ ਵੱਖਰੀ ਗੱਲ, ਅਸੀਂ ਕਿਸੇ ਇਸ਼ੂ ਤੇ ਇਕੱਠੇ ਹੋ ਜਾਈਏ, ਬਿਲਕੁਲ ਬਿਲਕੁਲ ਜਿੱਦਾਂ ਅਸੀਂ ਡੈਮੋਨਸਟ੍ਰੇਟ ਕੀਤਾ ਵੀ ਇਸ ਮਸਲੇ ਤੇ ਸਾਰੀ ਕੌਮ ਜੀ ਇਕੱਠੀ ਹੋ ਗਈ, ਤਾਂ ਡੈਫੀਨਿਟਲੀ ਅਸੀਂ ਬੜੇ ਤਰੀਕੇ ਨਾਲ ਜਵਾਬ ਦਿੱਤਾ। ਇਹ ਆਪਾਂ ਇਹ ਤੋਂ ਸਿੱਖਿਆ ਲੈਣੀ ਆ। ਬਿਲਕੁਲ ਧੰਨਵਾਦ ਕਰਦੇ ਹਾਂ ਡਾਕਟਰ ਗੁਰਨਾਮ ਸਿੰਘ ਜੀ, ਤੁਸੀਂ ਆਪਣਾ ਸਮਾਂ ਦਿੱਤਾ ਤੇ ਇਸ ਵਿਸ਼ੇ ਦੇ ਉੱਤੇ ਆਪਣੇ ਵਿਚਾਰ ਸੰਗਤਾਂ ਦੇ ਨਾਲ ਸਾਂਝੇ ਕੀਤੇ। ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਮੰਨਦੇ ਹਾਂ ਕਿ ਇਹ ਚੀਜ਼ ਇੱਕ ਤਰੀਕੇ ਦੇ ਨਾਲ ਐਜ਼ ਅ ਰੈਫਰੈਂਸ ਅਸੀਂ ਯੂਜ਼ ਕਰ ਜ਼ਰੂਰ ਸਕਾਂਗੇ ਕਿ ਦੇਖੋ ਜਿਸ ਵੇਲੇ ਇੱਕ ਸਿਆਸਤਦਾਨ ਨੇ ਜਿਸ ਵੇਲੇ ਇੱਕ ਸਿਆਸੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਦੇ ਵੱਲੋਂ ਜਾਂ ਕਿਸੇ ਇੱਕ ਅਜਿਹੇ ਵਿਅਕਤੀ ਦੇ ਵੱਲੋਂ ਇੱਕ ਰਿਪੋਰਟ ਇੰਡੀਪੈਂਡੈਂਟ ਤੌਰ ਦੇ ਉੱਤੇ ਤਿਆਰ ਕੀਤੀ ਜਾਂਦੀ ਹੈ ਤਾਂ ਉਹ ਰਿਪੋਰਟ ਹਮੇਸ਼ਾ ਅਜਿਹਾ ਨਹੀਂ ਕਿ ਸਹੀ ਹੋਵੇ, ਤੇ ਜੇਕਰ ਉਸ ਦੇ ਵਿੱਚ ਕੁਝ ਗਲਤ ਹੈ, ਭਾਵੇਂ ਜਿਹੜੇ ਮਰਜ਼ੀ ਧਰਮ ਦੇ ਖਿਲਾਫ ਕੁਝ ਗਲਤ ਹੋਵੇ, ਆਵਾਜ਼ ਬੁਲੰਦ ਜ਼ਰੂਰ ਕਰਨੀ ਚਾਹੀਦੀ ਹੈ, ਆਪਣਾ ਪੱਖ ਜ਼ਰੂਰ ਪੂਰਨਾ ਚਾਹੀਦਾ। ਧੰਨਵਾਦ ਕਰਦੇ ਹਾਂ ਜੀ ਆਪ ਦਾ, ਇੱਕ ਵਾਰ ਫਿਰ ਤੋਂ ਫਤਿਹ ਦੀ ਸਾਂਝ ਪਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।